ਦਾ ਮੁਖਤੀ ਸੀ ਕਾਰੀ ਹੀ ਮਾਂ ਮਸਜਦ ਹੀ ਜਵਾਨ ਗਈ ਨਾਲੇ ਉਹਦੇ ਬੱਚੇ ਵੀ ਉੱਥੇ ਯਤੀਮ ਤਰਸਦੇ ਪਏ ਨਾ, ਪਤਾ ਨਹੀਂ ਉਹਨੂੰ ਕੋਈ ਖਿਲਾਉਂਦਾ ਪਿਲਾਉਂਦਾ। ਜਨ ਪੜਾਉਂਦਾ ਸੀ, ਪੱਜੀ ਕਲਾਸ ਲਾਉਂਦਾ ਸੀ, ਨਮਾਜ਼ਾਂ ਪੜਾਉਂਦਾ ਸੀ, ਜੁਮੇ ਵਗੈਰਾ ਮਹਿਫਲਾਂ ਮਲਾਦਾਂ ਤੇ ਜਾਂਦਾ ਹੁੰਦਾ ਸੀ। ਧੀ ਨਾਲ ਤਾਂ ਉਹਨੇ ਬੜੀ ਸ਼ਿੱਦਤ ਨਾਲ ਮਾਰ ਛੜਿਆ। ਸਾਡੀ ਧੀ ਦੀ ਗਰਦਨ ਦਬਾਈ ਹੈ, ਮਨਕਣਾ ਤੋੜ ਚੜਿਆ ਹੈ, ਬਾਹਾਂ ਮਰੋੜੀ ਦੀਆਂ ਨੇ। ਕਿਸੇ ਇਹ ਧਿਆਨ ਪੜ ਹੈ, ਇਹ ਠੀਕ ਨਹੀਂ, ਮੈਂ ਆਪਣੇ ਪੁੱਤਰ ਦੀ ਹੋਰ ਸ਼ਾਦੀ ਕਰਨੀ ਹੈ। ਬਾਜ਼ੂਆਂ ਤੇ ਵੀ ਨੀਲ ਭੇਜਦੇ ਸੀ, ਜੇ ਕੋਈ ਰੱਸੀ ਫੇਰੀ ਦੀ ਹੈ, ਹੱਥ ਵੀ ਨੀਲੇ ਹੋਏ ਦੇ ਸੀ, ਇਹ ਗਰਦਨ ਤੇ ਵੀ ਨਿਸ਼ਾਨ ਲੱਗਦੇ ਸੀ। ਮਾਸ਼ ਲੈ ਆਏ। ਮੇਰਾ 2 ਪੁੱਤਰ ਸੀ, ਮੇਰਾ ਇੱਕ ਭਾਈ ਸੀ बीमार ही, पनेवे ही 5-7 बदमाश बाहर लिया के खिला। अस्सलाम वालेकुम नाज़रीन, मैं हूं एडी मलक और आज एक और मासूम बेटी की जिसकी शादी के 5 साल बाद जिसने 2 बच्चों को जन्म दिया और उसके ख्वाबंद ने उसको बेदर्दी से कत्ल कर दिया। ये सारी कत्ल की दास्तान किस तरह से रकम की गई और ये जो कातिल है ये किस तरह से इसने अपनी बीवी को कत्ल किया और फिर इसको कत्ल करने के बाद किस तरह से इन्होंने ड्रामा रचाया। मेरे साथ मकतूला की वालिदा मौजूद है, इनसे जानते हैं कि इनको कैसे पता चला कि इनकी बेटी का कत्ल हुआ है, या फिर जो मुलजमान ने इनको कहानी सुनाई वो किस लिए कहानी सुनाई थी। तो इनसे बात करते हैं। अस्सलाम वालेकुम। वालेकुम सलाम। माँ जी, कदों शादी की थी बच्ची जी? 5 साल हो गए पुत्र शादी हुई दिन। 5 साल हो गए शादी की हाँ थी जी। ते किथे सी शादी की सी, कौन लोग सी है? ਸਾਡੇ ਰਿਸ਼ਤੇਦਾਰ ਇਸ ਦੂਰੋਂ ਪਾਰ। अच्छा, ਹਾਂਜੀ। की करदा सी मुंडा जिहदे नाल शादी कीती सी? ਮੁੰਡਾ ਮੁਖਤੀ ਸੀ ਕਾਰੀ ਹੀ ਮਾਂ ਮਸਜਦ ਹੀ। इमाम मस्जिद सी ਹਾਂਜੀ ਮਾਂ ਮਸਜਦ ਹੀ। जिन्हें ਤੁਹਾਡੀ बेटी ਦਾ ਕਤਲ ਕੀਤਾ ਹੈ ਉਹ ਹਾਂਜੀ। ਇਮਾਮ ਮਸਜਿਦ ਹੈਗਾ ਸੀ? ਹਾਂਜੀ ਮਾਂ ਮਸਜਿਦ ਉੱਤੇ ਰਿਹਾਇਸ਼ ਮਿਲੀ ਦੀ ਸੀ, ਉੱਥੇ ਰਹਿੰਦੇ ਸੀ। ਮਾਂ ਬੇਗਮ ਕੋਟ ਹੀ ਫਜ਼ਲ ਪਾਰਕ ਤੇ ਹੈ ਤੇ ਡੋਬਰ ਚੌਕ ਹੋ ਰਹਿੰਦੇ। ਕੀ ਨਾਂ ਸੀ ਇਸ ਇਮਾਮ ਮਸਜਿਦ ਦਾ ਤੁਹਾਡੇ ਦਮਾਦ ਦਾ? ਮੁਹੰਮਦ ਅਲੀ। ਮੁਹੰਮਦ ਅਲੀ? ਹਾਂਜੀ ਮੁਹੰਮਦ ਅਲੀ। ਇਹ ਸਿਰਫ ਮਸਜਿਦ ਦੇ ਵਿੱਚ ਇਮਾਮਤ ਕਰਵਾਉਂਦਾ ਸੀ ਕਿ ਉਹ ਹੋਰ ਵੀ ਕੋਈ ਕਾਰੋਬਾਰ ਕਰਦਾ ਸੀ? ਨਹੀਂ ਬਸ ਇਮਾਮ ਤੇ ਕਰਾਉਂਦਾ। ਬੱਚਿਆਂ ਨੂੰ ਪੜਾਉਂਦਾ ਸੀ, ਪੱਜੀ ਕਲਾਸ ਲਾਉਂਦਾ ਸੀ, ਨਮਾਜ਼ਾਂ ਪੜਾਉਂਦਾ ਸੀ, ਜੁਮੇ ਵਗੈਰਾ ਮਹਿਫਲਾਂ ਮਲਾਦਾਂ ਤੇ ਜਾਂਦਾ ਹੁੰਦਾ ਸੀ। ਮਾਂ ਜੀ, ਇਹ ਜਿਨ੍ਹਾਂ ਲੋਕਾਂ ਨੂੰ ਨਮਾਜ਼ਾਂ ਪੜਾਉਂਦਾ ਸੀ ਜਾਂ ਜਿਹੜੇ ਲੋਕ ਇਹਦੇ ਪਿੱਛੇ ਨਮਾਜ਼ਾਂ ਪੜ੍ਹਦੇ ਸੀ, ਹਾਂਜੀ। ਇਹ ਸ਼ਖਸ ਇਸ ਕਾਬਲ ਸੀ ਕਿ ਲੋਕਾਂ ਨੂੰ ਇਮਾਮਤ ਕਰਵਾ ਸਕਦਾ ਹੋਇਆ ਜਿਹਨੇ ਇੰਨਾ ਜ਼ੁਲਮ ਕੀਤਾ ਜੀ? ਉਹੀ ਆਖਿਆ ਨਾ ਪੁੱਤਰ, ਸਾਡੀ ਧੀ ਨਾਲ ਤਾਂ ਉਹਨੇ ਬੜੀ ਸ਼ਿੱਦਤ ਨਾਲ ਮਾਰ ਛੜਿਆ। ਸਾਡੀ ਧੀ ਦੀ ਗਰਦਨ ਦਬਾਈ ਹੈ, ਮਨਕਣਾ ਤੋੜ ਚੜਿਆ ਹੈ, ਬਾਹਾਂ ਮਰੋੜੀ ਦੀਆਂ ਨੇ। ਉਹ ਤੇ ਉਹਨੂੰ ਪਤਾ ਜਾਂ ਉਹਦੇ ਖੁਦਾ ਨੂੰ ਪਤਾ ਜਿਸ ਤਰੀਕੇ ਚ ਉਹਨੂੰ ਮਾਰਿਆ ਦਾ। ਅੱਗੋਂ ਸਾਨੂੰ ਸਵੇਰ 5:45 ਫੋਨ ਕੀਤਾ, ਸਾਡੀ ਗੱਲ ਸੁਣ ਲਓ। ਅਸੀਂ ਗੱਲ ਸੁਣਨ ਗਏ ਆ ਤੇ ਸਾਡੀ ਧੀ ਮਰੀ ਦੀ ਪਈ ਦੀ। ਤੁਹਾਨੂੰ ਕਿਹਨੇ ਫੋਨ ਕੀਤਾ ਸੀ? ਉਹਦੇ ਵੱਡੇ ਭਾਈ ਨੇ। ਉਹਨੇ ਫੋਨ ਕਰਕੇ ਕੀ ਕਿਹਾ ਸੀ? ਕਹਿੰਦਾ ਮੇਰੀ ਸਾਡੀ ਗੱਲ ਸੁਣ। ਮੇਰੇ ਬੇਟੇ ਨੇ ਆਖਿਆ ਕਿੱਥੇ ਹੋ? ਫਜ਼ਲ ਪਾਰਕ ਡੋਗਰ ਚੌਂਕ ਹੈ, ਡੋਗਰ ਚੌਂਕ। ਅੱਛਾ। ਜਰਾ ਕੇ ਮੇਰੇ ਬੇਟੇ ਨੇ ਆਖਿਆ ਅੱਜ ਇਤਵਾਰ ਮੈਂ ਥੋੜਾ ਲੇਟ ਉੱਠਿਆ। ਉਹਨੇ ਕਿਹਾ ਹੁਣੇ ਹੀ ਆ ਜਾਇਓ ਗੱਲ ਸੁਣ ਕੇ। ਉਹਨੇ ਕਹਿੰਦਾ ਮਾਮਾ ਚਲੋ ਭਾਈ ਇਹ ਆਪ ਦਾ ਫੋਨ ਆਇਆ ਵੀ ਮੇਰੀ ਗੱਲ ਸੁਣ। ਮੈਂ ਕਿਹਾ ਉਹਨੇ ਸਾਨੂੰ ਕੀ ਕਹਿਣਾ ਇਸ ਵੇਲੇ ਸੁਬਾਹ ਇਹ? ਚਲੋ ਆਓ ਹਾਂ ਗੱਲ ਸੁਣਾਂ ਨੇ। ਅਸੀਂ ਗਏ ਹਾਂ ਤੇ ਜਾ ਕੇ ਵੇਖਿਆ ਤੇ ਸਾਡੀ ਧੀ ਮਰੀ ਦੀ ਪਈ ਦੀ। ਮੈਂ ਰੋਏ ਕਰਲਾਉਣ ਲੱਗ ਪਈ। ਮੈਂ ਮੇਰੀ ਧੀ ਨੂੰ ਕੀ ਕੀਤਾ ਹੈ, ਕਿਸ ਤਰ੍ਹਾਂ ਮਰੀ ਹੈ, ਕੀ ਹੋਇਆ? ਇਹ ਰਾਤੀ ਸੁੱਤੀ ਹੈ ਠੀਕ, ਸੁਬਾਹ ਅਟੈਕ ਹੋ ਗਿਆ। ਅਸੀਂ ਆ ਕੇ ਨਮਾਜ਼ ਪੜ੍ਹਾ ਕੇ ਆ ਕੇ ਵੇਖਿਆ ਤੇ ਅਟੈਕ ਹੋ ਗਿਆ। ਅੱਛਾ, ਤੁਹਾਨੂੰ ਤੁਹਾਡੀ ਬੇਟੀ ਦੀ ਮੌਤ ਦੀ ਇਤਲਾਹ ਤੁਹਾਡੇ ਦਮਾਦ ਨੇ ਨਹੀਂ ਸੀ ਦਿੱਤੀ? ਨਹੀਂ ਦਿੱਤੀ, ਉਹਦੇ ਭਾਈ ਨੇ ਦਿੱਤੀ। ਉਸ ਟਾਈਮ ਤੇ ਕਿੱਥੇ ਸੀ ਜਦੋਂ ਤੁਸੀਂ ਘਰ ਗਏ ਸੀ? ਉਹ ਵੀ ਉੱਥੇ ਸੀ। ਉਹਨੇ ਕੀ ਕਿਹਾ ਤੁਹਾਨੂੰ ਕਿ ਕਿਵੇਂ ਇਹਦੀ ਮੌਤ ਹੋਈ ਹੈ? ਉਹਨਾਂ ਨੇ ਇਹੀ ਆਖਿਆ ਵੀ ਅਸੀਂ ਸਾਨੂੰ ਫੋਨ ਕਰਕੇ ਉਹਨਾਂ ਨੇ ਬੁਲਾਇਆ। ਹਾਫਜ਼ ਨੇ ਨਮਾਜ਼ ਪੜ੍ਹ ਕੇ ਆਇਆ, ਉਹਨੇ ਠਾਲਿਆ ਉੱਠ ਕੇ ਬੱਚਿਆਂ ਨੂੰ ਫੀਡਰ ਦੇ ਤੇ ਵੇਖਿਆ ਤੇ ਮਾਰੀ ਦੀ ਹੈ। ਤੇ ਸਾਨੂੰ ਫੋਨ ਕੀਤਾ, ਮੈਂ ਮਾਰ ਗਿਆ, ਮੈਂ ਲੁੱਟਿਆ ਗਿਆ। ਅਸੀਂ ਆਖਿਆ ਖੈਰ ਹੀ ਹੈ। ਅਸੀਂ ਆਖਿਆ ਛੋਟੀ ਬੱਚੀ ਫੋਤ ਹੋ ਗਈ, ਉਹ ਬਿਮਾਰ ਸੀ। ਉਹਨੇ ਆਖਿਆ ਇਹਨੂੰ ਮੈਨੂੰ ਕੁਛ ਹੋ ਗਿਆ। ਤੇ ਅਸੀਂ ਆ ਗਏ। ਸਾਨੂੰ ਉਹਨਾਂ ਨੇ ਆਖਦੀ ਮਾਂ ਵੀ ਉੱਥੇ ਸੀ, ਉਹਦਾ ਭਾਈ ਵੀ, ਦੋਵੇਂ ਉੱਥੇ ਸੀ, ਪਿਓ ਵੀ ਉੱਥੇ ਸੀ। ਮਾਂ ਜੀ, ਤੁਹਾਨੂੰ ਤੁਹਾਡੀ ਬੇਟੀ ਨੇ ਕਦੀ ਦੱਸਿਆ ਸੀ ਕਿ ਮੈਨੂੰ ਮੇਰਾ ਇਹ ਜਿਹੜਾ ਇਮਾਮ ਮਸਜਿਦ ਸ਼ੋਹਰ ਹੈਗਾ ਇਹ ਕੋਈ ਤਸ਼ੱਦਦ ਕਰਦਾ ਹੈ, ਮੈਨੂੰ ਮਾਰਦਾ ਹੈ, ਜਾਂ ਕੋਈ ਇਸ ਤਰ੍ਹਾਂ ਦੀ ਕੋਈ ਗੱਲ ਦੱਸੀ ਹੋਏ ਤੁਹਾਨੂੰ ਪਹਿਲੇ? ਤਸ਼ੱਦਦ ਮਾਰਨ ਨਾਲੋਂ ਨਹੀਂ ਸੀ ਆਖਿਆ ਕਦੀ। ਹਾਂਜੀ, ਇਹ ਨਹੀਂ ਅਸੀਂ ਐਂ ਹੀ ਕਹਿੰਦੇ ਸੀ ਮੈਂ ਝਗੜਾ ਕਰਦਾ ਆਪਣੀ ਮਾਂ ਕੋਲ। ਜਦੋਂ ਹੋ ਕੇ ਆਂਦਾ ਠੀਕ ਨਹੀਂ ਮੈਨੂੰ ਬੁਲਾਉਂਦਾ, ਮੈਂ ਬੁਲਾਂਗੀ ਨਹੀਂ ਬੋਲੇਗਾ, ਗੁੱਸੇ ਰਹਿੰਦਾ, ਨਾਰਾਜ਼ ਰਹਿੰਦਾ, ਮਾੜੀ ਮਾੜੀ ਗੱਲ ਤੋਂ ਝਿੜਕਦਾ ਆ। ਬੱਚੇ ਜ਼ਰਾ ਕਾ ਪਿੱਛਾ ਬੱਚੇ ਵੱਲੋਂ ਹੋ ਜਾਏ ਤਾਂ ਝਿੜਕਦਾ। ਕਹਿੰਦੀ ਮੈਂ ਕਿਹਾ ਚਲੋ ਬੰਦਿਆਂ ਦੇ ਕੰਮ ਹੀ ਨਾ ਕਿ ਸਹੀ ਹੋ ਜਾਏਗਾ। ਬਸ ਮਾਰਨ ਕੁੱਟਣ ਨਾਲੋਂ ਨਹੀਂ ਆ ਕੇ ਇਹੀ ਕਹਿੰਦੀ। ਮਾਂ ਦੇ ਘਰੋਂ ਜਦੋਂ ਆਂਦਾ ਸੀ ਤੇ ਮਾਂ ਕੀ ਪੜਾਉਂਦੀ ਸੀ, ਕੀ ਕਹਿੰਦੀ ਸੀ? ਪੜਾਉਂਦੀ ਸੀ ਇਹ ਧਿਆਨ ਪੜ ਹੈ, ਇਹ ਠੀਕ ਨਹੀਂ, ਮੈਂ ਆਪਣੇ ਪੁੱਤਰ ਦੀ ਹੋਰ ਸ਼ਾਦੀ ਕਰਨੀ ਹੈ, ਮੈਂ ਪੜ੍ਹੀ ਲਿਖੀ ਲਿਆਣੀ ਹੈ, ਮੈਂ ਹਾਫਜ਼ੇ ਕਰਾਉਣ ਲਿਆਣੀ ਹੈ, ਮਹਿਫਲ ਨਾਲ ਕਰੇਗੀ ਮੇਰੇ ਪੁੱਤਰ ਦੇ। ਤੂੰ ਮੇਰੇ ਪੁੱਤਰ ਨਾਲ ਸਜਦੀ ਨਹੀਂ। ਮਾਂ ਜਦੋਂ ਘਰ ਆਂਦੀ ਸੀ ਨਾ
ਅੱਛਾ ਉਦੋਂ ਗੱਲ ਨਾਲ ਨੋਕ ਟੋਕ ਹੈ ਕੀ ਕਰਨੀ ਹੈ ਬੇਅਕਲੀਏ ਬੇਚੱਜੀਏ, ਤੈਨੂੰ ਤੇ ਅਕਲ ਹੀ ਨਹੀਂ, ਤੈਨੂੰ ਤੇ ਚੱਜ ਹੀ ਨਹੀਂ ਕਿਸੇ ਕੰਮ ਦਾ। ਮੇਰਾ ਜਦੋਂ ਪੁੱਤਰ ਤੁਹਾਡੇ ਕੋਲ ਰਿਸ਼ਤਾ ਲਿਆ ਸੀ ਹਾਂਜੀ ਉਦੋਂ ਤੁਸੀਂ ਦੱਸਿਆ ਨਹੀਂ ਸੀ ਕਿ ਸਾਡੀ ਬੱਚੀ ਪੜ੍ਹੀ ਹਾਂਜੀ। ਲਿਖੀ ਨਹੀਂ ਹੈ? ਨਹੀਂ ਅਸੀਂ ਆਖਿਆ ਸੀ ਨਾਦਰਾ ਪੜ੍ਹੀ ਦੇ ਤੇ 5-6 ਪੜ੍ਹੀ ਦੀ। ਹੂੰ ਮੈਂ ਹਿਫਤ ਮੈਂ ਨਾ ਆਲਮਾ ਫਾਲ ਜਾਲੀ ਲੈਣੀ ਸੀ, ਆਖੇ ਨਹੀਂ ਸਾਡੀ ਬੱਚੀ ਨੇ ਨਹੀਂ ਆਲਮਾ ਫਾਲ ਦਾ ਕੋਰਸ ਅੱਛਾ। ਕੀਤਾ। ਉਦੋਂ ਇਹਨਾਂ ਨੇ ਕਬੂਲ ਕਰ ਲਿਆ ਹਾਂ ਸੀ? ਉਹਨਾਂ ਨੇ ਆਖਿਆ ਚਲੋ ਫਿਰ ਨਹੀਂ ਕੋਈ ਮਹੀਨਾ ਆਏ ਫਿਰ ਆਪ ਹੀ ਆਣ ਲੱਗ ਪਏ, ਚਲੋ ਸਾਨੂੰ ਰਿਸ਼ਤਾ ਅੱਲਾ ਵਾਸਤੇ ਦੇ ਦਿਓ। ਅੱਛਾ ਤੁਹਾਡੇ ਮਗਰ ਫਿਰ ਕੇ ਰਿਸ਼ਤਾ ਲਿਆ ਸੀ? ਮਗਰ ਸਾਰੇ ਇਹਨਾਂ ਦਾ ਖਾਨਦਾਨ ਆਇਆ, ਕਿਤੇ ਧੀ ਲੈ ਕੇ ਆ ਗਈ, ਜਵਾਈ ਲੈ ਕੇ ਆ ਗਏ, ਨੂੰਹ ਪੁੱਤਰ ਲੈ ਕੇ ਆ ਗਈ, ਆਪ ਆ ਗਈ ਹੈ। ਕੋਈ ਮੈਂ ਬੇਵਾ ਜਨਾਨੀ ਆ, ਮੈਂ ਲੋਕਾਂ ਦਾ ਕੰਮ ਕਰਕੇ ਜ਼ਾਹਰਾ ਜਦੋਂ ਆਉਂਦੇ ਹੀ ਉਹਨਾਂ ਚਾਹ ਪਾਣੀ ਵੀ ਖਿਲਾਈਦਾ ਸੀ, ਰੋਟੀ ਵੀ ਖਿਲਾਈਦਾ ਸੀ। ਹਾਂ ਨਵੀਂ ਰਿਸ਼ਤੇਦਾਰੀ ਹੁੰਦੀ ਹੈ ਠੀਕ ਹੈ। ਤੇ ਅਸੀਂ ਕਰ ਲਿਆ। ਕਰਨ ਤੋਂ ਬਾਅਦ ਥੋੜੀ ਦੇਰ ਬਾਅਦ ਸੱਸ ਲਾ ਪਈ, ਆ ਤੈਨੂੰ ਤੇ ਚੱਜ ਹੀ ਨਹੀਂ ਕਿਸੇ ਕੰਮ ਦਾ, ਨਹੀਂ ਤੂੰ ਸਿਲਾਈ ਦੀ ਨਹੀਂ ਤੈਨੂੰ ਜਾਚ, ਤੈਨੂੰ ਘਰ ਦੇ ਕੰਮ ਦੀ ਨਹੀਂ ਸਵਾਦ, ਤੂੰ ਰੋਟੀ ਨਹੀਂ ਸਵਾਦ, ਮਤਲਬ ਇਹੋ ਜਿਹੀਆਂ ਗੱਲਾਂ ਕਰ। ਮੇਰੀ ਧੀ ਨੇ ਚੁੱਪ ਕਰ ਰਹਿਣਾ, ਅੰਦਰੋਂ ਅੰਦਰ ਵਿੱਚੋਂ ਵਿੱਚ ਸੜਦਿਆ ਰਹਿਣਾ, ਜਾਂ ਕਦੇ ਆਖਣਾ ਮੰਮੀ ਮਾਈ ਇਸ ਤਰ੍ਹਾਂ ਗੱਲਾਂ ਕਰਦੀ ਆ, ਕਦੇ ਨਹੀਂ ਵੀ ਦੱਸਣਾ। ਪਹਿਲਾਂ ਮੀਆਂ ਦਾ ਠੀਕ ਸੀ ਬਿਲਕੁਲ, ਇਹਦੇ ਨਾਲ ਖੁਸ਼-ਬਾਸ਼ ਹੀ। ਤੇ ਕਿੰਨੇ ਅਰਸੇ ਤੋਂ ਫਿਰ ਮੀਆਂ ਜਿਹੜਾ ਹੈਗਾ ਨਾ ਇਹ ਕੋਈ ਖਰਾਬ ਹੋ ਗਿਆ? 4-5 ਮਹੀਨਿਆਂ ਤੋਂ ਲਾ ਪਈ ਸੀ ਕਹਿਣ। 4-5 ਮਹੀਨੇ ਤੋਂ ਕੀ ਐਸੀ ਗੱਲ ਹੋਈ ਸੀ ਜਿਹਦੇ ਤੋਂ ਉਹ ਇਸ ਤਰ੍ਹਾਂ ਦੀ ਹਰਕਤਾਂ ਕਰਨਾ ਸ਼ੁਰੂ ਹੋ ਗਿਆ ਸੀ? ਸਾਡੇ ਨਾਲ ਤੇ ਮੇਰੀ ਧੀ ਨੇ ਪੁੱਤਰ ਕੁਛ ਵੀ ਨਹੀਂ ਦੱਸਿਆ। ਇਹ ਤਾਂ 20-22 ਦਿਨ ਹੋਇਆ, ਉਦੋਂ ਆਈ ਹੈ ਠੀਕ ਠਾਕ ਆਈ ਹੈ ਸਾਡੇ ਕੋਲ। ਮੇਰੇ ਬੱਚੇ ਦੀ ਮੰਗਣੀ ਕਰਨੀ ਤੇ ਆਈ ਹੈ ਠੀਕ ਆਈ ਹੈ ਖੁਸ਼-ਬਾਸ਼। ਬਹਰਹਾਲ ਮੈਂ ਅੱਜ ਅਤੇ ਮਾਂ ਪਿਓ ਨੂੰ ਆਖਣ ਗਈ ਹਾਂ, ਮੈਂ ਸਾਡੇ ਘਰ ਮਹਿਮਾਨ ਆਣੇ ਨੇ ਤੇ ਨਾ ਸੁਭਾਅ ਵੀ ਇਤਵਾਰ ਵਾਲੇ ਦਿਨ ਜੁਮੇਰਾਤ ਮੈਂ ਗਈ, ਮੈਂ ਇਤਵਾਰ ਨੂੰ ਆਇਆ। ਇਹ ਕਹਿੰਦੇ ਤੁਸੀਂ ਸਗਨ ਆਪ ਪਾਇਓ ਆਪਣੇ ਭੈਣ ਭਰਾਵਾਂ ਨੂੰ ਲੈ ਕੇ, ਤੇ ਹੁਣ ਸਾਨੂੰ ਆਖਣ ਆਇਓ। ਮੈਂ ਆਖਿਆ ਮੇਰਾ ਭਾਈ ਤੇ ਮੈਂ ਗਈ ਸਾਂ, ਛੋਟਾ ਭਾਈ ਗਿਆ, ਸਾਨੂੰ ਬੱਚੀ ਪਸੰਦ ਆਈ, ਪਿਆਰ ਦੇ ਆਏ। ਪਰ ਹਾਲ ਹੁਣ ਉਹਨਾਂ ਨੇ ਇਤਵਾਰ ਨੂੰ ਮੈਂ ਆਣਾ ਤੇ ਤੁਹਾਨੂੰ ਮੈਂ ਆਪਣੇ ਘਰ ਬੁਲਾਉਣ ਲੱਗੀ, ਤੁਸੀਂ ਸਾਡੇ ਵੱਡੇ ਕੁੜਮ ਤੇ ਤੁਸੀਂ ਆਣਾ। ਹਾਂ ਅਸੀਂ ਉਦੋਂ ਨਹੀਂ ਕੁੜਮ ਜਦੋਂ ਤੂੰ ਉੱਥੇ ਗਈ ਸਾਂ। ਮੈਂ ਆਖਿਆ ਮੈਂ ਇੰਨੇ ਇਕੱਠ ਮੈਂ ਨੀਅਤ ਤੇ ਗਈ ਨਹੀਂ ਸੀ, ਮੈਂ ਵੈਸੇ ਵੇਖਣ ਗਈ ਤੇ ਮੈਂ ਬੱਚੇ ਨੂੰ ਪਿਆਰ ਦੇ ਆਈ ਹਾਂ। ਇਹ ਨਹੀਂ ਤੁਹਾਡਾ ਧੀ ਜਵਾਈ ਆਏਗਾ। ਮੈਂ ਕਿਹਾ ਨਹੀਂ ਬਾਜੀ ਧੀ ਜਵਾਈ ਬਾਅਦ ਚ ਤੁਸੀਂ ਪਹਿਲਾਂ ਆਣਾ ਜੇ ਲਾਜ਼ਮੀ। ਬਾਬਾ ਵੀ ਕਹਿੰਦਾ ਨਹੀਂ ਭੈਣ ਅਸੀਂ ਨਹੀਂ ਆਣਾ, ਤੁਹਾਡਾ ਧੀ ਜਵਾਈ ਆਏਗਾ। ਚਲੋ ਮੈਂ ਆ ਗਈ ਹਾਂ। ਬਾਅਦ ਚ ਮੇਰੀ ਧੀ ਨੂੰ ਕਹਿੰਦਾ ਵੀ ਤੂੰ ਚਲੇ ਜਾਈਂ, ਸਹੁਰਾ ਵੀ ਤੇ ਸੱਸ ਵੀ, ਤੂੰ ਚਲੇ ਜਾਈਂ, ਸਾਡਾ ਪੁੱਤਰ ਨੇ ਨਹੀਂ ਜਾਣਾ, ਸਾਡੇ ਪੁੱਤਰ ਨੇ ਨਹੀਂ ਜਾਣਾ, ਤੂੰ ਕੱਲੀ ਚਲੇ ਜਾਈਂ। ਮੇਰੀ ਕਿਵੇਂ ਦੇ ਲੋਕ ਹੈਗੇ ਸੀ? ਤੁਹਾਨੂੰ ਪਤਾ ਨਹੀਂ ਸੀ ਹੈ ਵੀ ਕਿ ਅਸੀਂ ਜਿੱਥੇ ਬੱਚੀ ਵਿਆਹਨੇ ਪਿਆ ਕੱਲ ਨੂੰ ਸਾਡੀ ਬੱਚੀ ਨੂੰ ਨੁਕਸਾਨ ਪਹੁੰਚਾ ਸਕਦੇ ਨੇ? ਵੀਰ ਸਾਨੂੰ ਜਦੋਂ ਅਸੀਂ ਜਾ ਗਏ ਆ ਪਹਿਲਾਂ ਤੇ ਮਿਲਣ ਵਰਤ ਨਹੀਂ ਸਾਡਾ ਪਹਿਲੀ ਦਫਾ ਹੀ। ਚਲੋ ਜਦੋਂ ਨਵੇਂ ਰਿਸ਼ਤੇਦਾਰੀ ਕੀਤੀ ਉਹ ਵੀ ਸਾਨੂੰ ਪਿਆਰ ਸਲੂਕ ਨਾਲ ਬੁਲਾਉਂਦੇ ਸੀ, ਅਸੀਂ ਵੀ ਬੁਲਾਉਂਦੇ ਹਾਂ। ਜਦੋਂ ਵਿਆਹ ਤੋਂ ਬਾਅਦ ਕੋਈ 4-5 ਮਹੀਨਿਆਂ ਬਾਅਦ ਨਾ ਸਾਡੀ ਬੱਚੀ ਨਾਲ ਹੀ ਕਰਦੇ ਸਾਹੀ ਜਾਣੇ, ਸਾਨੂੰ ਚਾਹ ਪਾਣੀ ਦਾ ਸੁਲਾ ਮਾਰਦੇ ਸੀ। ਇਹ ਕੁੜੀਏ ਲਿਆ, ਕਦੀ ਮੇਰੀ ਧੀ ਦਾ ਨਾਂ ਨਹੀਂ ਸੀ ਲਿਆ ਵੀ ਇੰਨਾ ਪੁੱਤਰ ਧੀਏ ਤੇਰੀ ਮਾਂ ਆਈ ਆ, ਕੋਈ ਚਾਹ ਪਾਣੀ। ਇਹ ਕੁੜੀਏ ਤੈਨੂੰ ਪਤਾ ਨਹੀਂ ਲੱਗਦਾ ਤੇਰੀ ਮਾਂ ਆਈ ਆ, ਜਾ ਕੋਈ ਪਾਣੀ ਦਾ ਕਾਚਾ ਘੁੱਟ ਲਿਆ, ਜਾ ਚਾਹ ਬਣਾ। ਆਈ ਆਖਣਾ ਬਾਜੀ ਨਹੀਂ ਅਸੀਂ ਖਾ ਕੇ ਆਏ ਆ। ਮਾਂ ਜੀ ਇਹ ਦੱਸੋ ਕਿ ਜਦੋਂ ਤੁਸੀਂ ਉਸ ਘਰ ਗਏ ਆਪਣੀ ਬੱਚੀ ਨੂੰ ਮੁਰਦਾ ਹਾਲਤ ਵਿੱਚ ਦੇਖਿਆ, ਫਿਰ ਤੁਹਾਨੂੰ ਪਤਾ ਕਿਵੇਂ ਚੱਲਿਆ ਸੀ ਕਿ ਮੇਰੀ ਬੇਟੀ ਨੂੰ ਦਿਲ ਦਾ ਦੌਰਾ ਨਹੀਂ ਪਿਆ, ਵੀ ਅਟੈਕ ਨਹੀਂ ਹੋਇਆ ਬਲਕਿ ਇਹਨੂੰ ਕਤਲ ਕੀਤਾ ਹੈ? ਕਿੰਨੇ ਤੁਹਾਨੂੰ ਦੱਸਿਆ ਸੀ ਜਾਂ ਤੁਹਾਨੂੰ ਖੁਦ ਪਤਾ ਚੱਲਿਆ ਸੀ? ਨਹੀਂ ਸਾਨੂੰ ਫਿਰ ਖੁਦ ਹੀ ਲੱਭਣ ਲੱਗ ਪਿਆ ਸੀ ਕਿ ਨਹੀਂ ਸਾਡੀ ਧੀ ਨੂੰ ਅਟੈਕ ਨਹੀਂ ਹੋਇਆ। ਜਿਹਦੇ ਇੱਥੇ ਬਾਜ਼ੂਆਂ ਤੇ ਵੀ ਨੀਲ ਪੇਦੇ ਸੀ, ਆਉਂਦੇ ਕੋਈ ਰੱਸੀ ਫੇਰੀ ਦੀ ਹੈ, ਹੱਥ ਵੀ ਨੀਲੇ ਹੋਏ ਦੇ ਸੀ, ਇਹ ਗਰਦਨ ਤੇ ਵੀ ਨਿਸ਼ਾਨ ਲੱਗਦੇ ਸੀ। ਇਹ ਨਿਸ਼ਾਨ ਤੁਸੀਂ ਉਸੇ ਟਾਈਮ ਤੇ ਉੱਥੇ ਦੇਖ ਲਏ ਸੀ? ਨਹੀਂ ਘਰ ਆ ਕੇ ਵੇਖਿਆ, ਜਦੋਂ ਇੱਥੇ ਘਰ ਬੱਚੀ ਆਪਣੀ ਦੀ ਲਾਸ਼ ਲੈ ਕੇ ਆਏ ਸੀ? ਲਾਸ਼ ਲਿਆਂਦੀ ਉਦੋਂ ਹੀ ਤੇ ਵੇਖਿਆ। ਤੁਸੀਂ ਆਰਾਮ ਨਾਲ ਹੀ ਇੱਥੇ ਲੈ ਆਏ ਸੀ? ਨਹੀਂ ਅਸੀਂ ਫਿਰ ਉਹ ਆਪਣੇ ਸਹੁਰੇ ਲੈ ਗਏ ਨੇ। ਮੇਰੀ ਬਾਜੀ ਵੱਡੀ ਕਹਿੰਦੀ ਅਸੀਂ ਆਪਣੇ ਘਰ ਖਣੇ ਹੈ, ਕਹਿੰਦੇ ਨਹੀਂ ਉਹਦਾ ਸਹੁਰਾ ਕਹਿੰਦਾ ਨਹੀਂ ਬਾਜੀ ਸਾਡੀ ਨੂੰਹ ਹੈ, ਸਾਡੀ ਇੱਜ਼ਤ ਹੈ, ਅਸੀਂ ਆਪਣੇ ਘਰ ਖੜਨੀ ਹੈ। ਉਸ ਟਾਈਮ ਤੱਕ ਤੁਹਾਨੂੰ ਨਹੀਂ ਸੀ ਪਤਾ ਕਿ ਬੱਚੀ ਦੇ ਜਿਸਮ ਤੇ ਨਿਸ਼ਾਨ ਨੇ, ਕੋਈ ਮਾਰਿਆ ਕੁੱਟਿਆ? ਨਹੀਂ ਉਹ ਨਹੀਂ ਸਾਨੂੰ ਪਤਾ। ਜਦੋਂ ਤੁਸੀਂ ਘਰ ਲੈ ਕੇ ਆਏ ਹੋ ਫਿਰ ਤੁਸੀਂ ਦੇਖਿਆ ਤੇ ਫਿਰ ਤੁਹਾਨੂੰ ਪਤਾ ਚੱਲਿਆ? ਅਸੀਂ ਵੀ ਨਹੀਂ ਵੇਖਿਆ, ਫਿਰ ਮਹੱਲੇ ਵਾਲਿਆਂ ਜਾਂ ਉਹਨਾਂ ਦੀਆਂ ਫੁੱਫੀਆਂ ਨੇ ਸਾਰਿਆਂ ਨੇ ਵੇਖਿਆ, ਤਾਂ ਕਹਿੰਦੇ ਸਾਡੀ ਧੀ ਦੇ ਨਾਲ ਤਸ਼ੱਦਦ ਹੋਇਆ ਦਾ। ਇੰਜ ਤਾਂ ਅਸੀਂ ਕਹਿੰਦੇ ਅਸੀਂ ਗੁਸਲ ਦੇ ਦਿੰਦੇ ਹਾਂ ਤੇ ਫਿਰ ਤੁਸੀਂ ਜਨਾਜ਼ਾ ਪੜਾ ਫਿਰ ਲੈ ਜਾਓ, ਭਾਵੇਂ ਤੁਸੀਂ ਦਫਨਾ ਉੱਥੇ ਲਿਓ ਆਪਣੇ ਵੱਲ। ਅਸੀਂ ਆਖਿਆ ਨਹੀਂ, ਯਾਨੀ ਕਿ ਉਹ ਆਪਣਾ ਜੁਰਮ ਮੁਕੰਮਲ ਤੌਰ ਤੇ ਛੁਪਾਉਣਾ ਚਾਹੁੰਦੇ ਸੀ? ਛੁਪਾਉਣਾ ਚਾਹੁੰਦੇ ਸੀ। ਅਸੀਂ ਆਖਿਆ ਨਹੀਂ ਅਸੀਂ ਆਪਣੇ ਘਰ, ਮੇਰੇ ਭੈਣ ਭਰਾ ਮਾਸ਼ਾਅੱਲਾ ਵਾਵਾ ਆਣੇ ਨੇ ਤੇ ਮੈਂ ਆਪਣੇ ਘਰ ਹੀ ਖੜਨੇ। ਇਹ ਨਹੀਂ ਅਸੀਂ ਨਿਕਲਾਣਾ, ਸਾਨੂੰ ਮਾਰਨ ਪਏ, ਬਦਮਾਸ਼ ਲੈ ਆਏ। ਮੇਰਾ 2 ਪੁੱਤਰ ਸੀ, ਮੇਰਾ ਇੱਕ ਭਾਈ ਸੀ ਬਿਮਾਰ ਸੀ, ਭਨੇਵੇਂ ਸੀ, 5-7 ਬਦਮਾਸ਼ ਬਾਹਰ ਲਿਆ ਕੇ ਤੇ ਖਿਲਾਰ ਦਿੱਤੇ। ਕੌਣ ਬਦਮਾਸ਼ ਲੈ ਆਇਆ ਸੀ? ਉਹ ਸ਼ਹਜ਼ਾਦ ਜਿਹੜਾ ਹਾਫਦ ਦਾ ਭਰਾ, ਉਹ ਲੈ ਤੁਹਾਡੀ ਬੇਟੀ ਦਾ ਜਿਹੜਾ ਜੇਠ ਹੈਗਾ ਸੀ ਉਹ ਬਦਮਾਸ਼ ਲੈ ਆਇਆ? ਹਾਂ ਬਾਹਰ ਬੰਦੇ ਗੁੰਡੇ ਖਿਲਾਰ ਦਿੱਤੇ ਨੇ। ਫਿਰ ਮੇਰਾ ਤੁਹਾਡੇ ਭਰਾ ਨਾਲ ਬਦਤਮੀਜ਼ੀ ਕੀਤੀ ਸੀ? ਨਹੀਂ ਮੇਰੇ ਭਰਾ ਨੂੰ ਕਹਿੰਦੇ ਸੀ ਤੇ ਮੇਰਾ ਭਰਾ ਕਹਿੰਦਾ ਮੈਂ ਨਹੀਂ ਖੜਨਾ, ਤੇ ਔਖਾ ਹੁੰਦੇ ਸੀ ਤੁਸੀਂ ਨਹੀਂ ਖੜਨਾ, ਮੰਜੀ ਫੜ ਲੈਂਦੇ। ਮੇਰੇ ਪੁੱਤਰ ਮੰਜੀ ਫੜਦੇ, ਕਹਿੰਦੇ ਅਸੀਂ ਨਹੀਂ ਕਲਾਣੀ, ਅਸੀਂ ਇੱਥੇ ਹੀ ਇਹਦਾ ਗੁਸਲ ਦੇਣਾ, ਅਸੀਂ ਇੱਥੇ ਹੀ ਇਹਦਾ ਜਨਾਜ਼ਾ ਕਰਾਉਣਾ। ਤੁਹਾਡੀ ਬੇਟੀ ਅਨਮ ਨੂੰ ਕਿੰਨੇ ਮਿਲ ਕੇ ਕਤਲ ਕੀਤਾ ਹੈ? ਸਾਨੂੰ ਤਾਂ ਵੀਰ ਇਹੀ ਹੈ, ਉਹਦਾ ਸੱਸ ਸਹੁਰਾ ਵੀ ਨਾਲ ਹੀ ਹੋਏਗਾ ਤੇ ਉਹ ਆਪ ਵੀ ਨਾਲ ਹੀ, ਜਵਾਈ ਮੇਰਾ ਵੀ ਹੋਏਗਾ। ਅੱਛਾ ਹਾਂਜੀ ਉਹਦਾ ਜੇਠ ਵੀ ਉਹਦਾ ਨਾਲ, ਕਿਉਂਕਿ ਉਹਦਾ ਜੇਠ ਨਾਲ ਬੜਾ ਸੀ। ਪੁਲਿਸ ਨੇ ਕਿਸੇ ਨੂੰ ਗ੍ਰਿਫਤਾਰ ਕੀਤਾ? ਕਿਸੇ ਨੇ ਨਹੀਂ ਗ੍ਰਿਫਤਾਰ ਕੀਤਾ।
ਅੱਜ 4-5 ਦਿਨਾਂ ਦਾ 4 ਦਿਨਾਂ ਦਾ ਵਾਕਿਆ ਹੋ ਗਿਆ। ਨਾ ਪੁਲਿਸ ਸਾਡੀ ਸੁਣਦੀ ਪਈ ਹੈ, ਨਾ FIR ਸਾਡੇ ਬੱਚੇ ਦੀ ਜਮ੍ਹਾਂ ਕਰਦੇ ਪਏ ਨਾ ਕੁਛ ਵੀ ਨਹੀਂ। ਮੈਂ ਮਾੜੀ ਗਰੀਬਣੀ ਹਾਂ, ਮੈਂ ਦੱਸੋ ਕੀ ਕਰਨਾ, ਮੈਂ ਪੈਸਾ ਲਾ ਸਕਦੀ ਹਾਂ ਨਾ ਮੈਂ ਕੋਈ ਐਡੇ ਖਰਚੇ ਕਰ ਸਕਦੀ ਹਾਂ। ਨਾਲੇ ਮੇਰੀ ਧੀ ਗਈ ਉਹ ਮਨਾਮੋਂ ਮਿੱਟੀ ਥੱਲੇ ਚਲੇ ਗਈ ਹੈ ਤੇ ਮੇਰਾ ਹੱਲ ਕੋਈ ਨਹੀਂ, ਕੋਈ ਇਨਸਾਫ ਹੀ ਨਹੀਂ ਮੈਨੂੰ ਮਿਲਦਾ ਪਿਆ। ਤੁਹਾਡੀ ਧੀ ਦੇ 2 ਮਾਸੂਮ ਬੱਚੇ, ਇੱਕ ਬੇਟੀ ਇੱਕ ਬੇਟਾ, ਉਹ ਕਿੱਥੇ ਨੇ? ਉਹ ਫਿਰ ਅਸੀਂ ਉੱਥੇ ਹੀ ਛੱਡ ਆਏ ਉਸ ਵੇਲੇ, ਉਹਦੇ ਦਾਦਕੀ ਛੱਡ ਆਏ। ਉਹ ਬੱਚੇ ਉਹਨਾਂ ਦੇ ਕੋਲ ਹੀ ਨੇ? ਹਾਂਜੀ ਉਹਨਾਂ ਦੇ ਕੋਲ ਹੀ। ਤੇ ਜੇ ਉਹ ਬੱਚਿਆਂ ਨੂੰ ਕੁਝ ਕਰ ਦੇਣ ਤੇ ਫਿਰ? ਉਹ ਤਾਂ ਤਕਲੀਫ ਪੁੱਤਰ ਮੇਰਾ ਇੱਕ ਨਹੀਂ ਗਿਆ, ਮੇਰੇ 3 ਗਏ ਨਾ। ਉਹ ਵੀ ਮੇਰੀ ਧੀ ਦਾ ਢਿੱਡ ਸੀ, ਉਹ ਵੀ ਮੇਰੇ ਧੀ ਦਾ ਢਿੱਡ ਨਾਲ ਮੇਰੀ ਧੀ ਜਵਾਨ ਗਈ, ਨਾਲੇ ਉਹਦੇ ਬੱਚੇ ਵੀ ਉੱਥੇ ਯਤੀਮ ਤਰਸਦੇ ਪਏ ਨਾ। ਪਤਾ ਨਹੀਂ ਉਹਨੂੰ ਕੋਈ ਖਿਲਾਉਂਦਾ ਪਿਲਾਉਂਦਾ ਵੀ ਪਿਆ, ਕੋਈ ਰੋਟੀ ਪਾਣੀ, ਕੋਈ ਫੀਡਰ, ਕੋਈ ਰੱਜੀ ਪਿਸ਼ਾਬ ਵੀ ਕਿਸ ਤਰ੍ਹਾਂ। ਤੁਹਾਡੀ ਧੀ ਨਾਲ ਆਖਰੀ ਵਾਰ ਕੀ ਗੱਲ ਹੋਈ ਸੀ? ਮੇਰੀ ਧੀ ਨੇ ਨਾ ਹਫਤੇ ਵਾਲੇ ਦਿਨ ਮੈਂ ਫੋਨ ਕੀਤਾ ਤੇ ਪਹਿਲਾਂ ਸਾਡਾ ਨੰਬਰ ਚੁੱਕ ਕੇ ਤੇ ਯੈਸ ਕਰਕੇ ਤੇ ਫਿਰ ਰੱਖ ਛੜਿਆ ਮੋਬਾਈਲ ਤੇ। ਮੈਂ ਕਿਹਾ ਨਵਾਂ ਨਾ, ਤੇ ਉਹਨੇ ਨਹੀਂ ਬੋਲਿਆ, ਹਾਫਿਜ਼ ਸਾਹਿਬ ਨਹੀਂ ਬੋਲਿਆ। ਮੇਰਾ ਦੋਤਰਾ ਸੀ ਤੇ ਮੈਂ ਬੁਰਾ ਤੇਰੀ ਮਾਮਾ ਕਿੱਥੇ ਆ? ਬੁਰਾ ਮਾਮਾ ਨਹੀਂ ਬੋਲਿਆ, ਬੰਦ ਕਰ ਛੜਿਆ। ਫਿਰ ਅਸੀਂ ਕੀਤਾ, ਫਿਰ ਯੈਸ ਕਰਕੇ ਫਿਰ ਰੱਖ ਛੜਿਆ। ਫਿਰ ਮੇਰੇ ਦੋਤਰੇ ਨੇ ਫੜਾਇਆ, ਮੈਂ ਬੁਰਾ ਮਾਮਾ ਨਾਲ ਤੇ ਗੱਲ ਕਰਾਂ, ਫਿਰ ਬੰਦ ਕਰ ਛੜਿਆ। ਫਿਰ ਉੱਤੇ ਆ ਗਿਆ, ਥੱਲੇ ਬੱਚਿਆਂ ਨੂੰ ਪੜ੍ਹਾਉਂਦਾ ਸੀ ਤੇ ਉੱਤੇ ਆ ਕੇ ਨਾ ਫਿਰ ਉਹਨੇ ਆਪ ਨੰਬਰ ਮਿਲਾਇਆ, ਆਪ ਨੰਬਰ ਮਿਲਾ ਕੇ ਨਾ ਤੇ ਯੈਸ ਕੀਤਾ। ਤੇ ਮੈਂ ਹੈਲੋ ਅਸਲਾਮ ਵਾਲੇਕੁਮ, ਸਲਾਮ ਨਹੀਂ ਬੋਲਿਆ। ਮੈਂ ਕਿੱਥੇ ਰਹਿ ਗਏ ਹੋ, ਕੀ ਡਰਾਮੇ ਖੇਡਦੇ ਪਿਓ, ਫੋਨ ਤੇ ਸਾਡੀ ਗੱਲ ਤੇ ਕਰਾ, ਗੱਲ ਤੇ ਕਰ। ਅਨਮ ਕਿੱਥੇ ਆ, ਕੀ ਹਾਲ ਈ? ਫਿਰ ਅਨਮ ਮੇਰੀ ਨੇ ਆਵਾਜ਼ ਬੜੀ ਪਿਆਰੀ ਕਰਕੇ ਕਹਿੰਦੀ ਮਮਾ ਸਲਾਮ ਵਾਲੇਕੁਮ। ਮੈਂ ਬੇਟਾ ਵਾਲੇਕੁਮ ਸਲਾਮ। ਅਨਮ ਸੁਣਾਤੀ ਹੈ ਕੀ ਹਾਲ ਹੈ ਮਮਾ? ਠੀਕ ਹੈ। ਕੀ ਕਰ ਰਹੀ ਹੈ? ਮੈਂ ਬੇਟਾ ਮੈਂ ਸਬਜ਼ੀ ਬਣਾ ਰਹੀ ਹਾਂ। ਐਨੀ ਬਸ ਗੱਲ ਕੀਤੀ। ਆਖਰੀ ਵਾਰ ਇਹੀ ਗੱਲ ਇਹੀ ਦੋ ਲਫ਼ਜ਼ ਬੰਦ ਕਰ ਛੜਿਆ। ਮਾਂ ਜੀ ਕੀ ਚਾਹੁੰਦੇ ਹੋ, ਕੀ ਹੋਣਾ ਚਾਹੀਦਾ ਇਹਨਾਂ ਦੇ ਨਾਲ, ਇਹਨਾਂ ਜ਼ਾਲਮਾਂ ਦੇ ਨਾਲ? ਜ਼ਾਲਮਾਂ ਨਾਲ ਮੈਂ ਪੁੱਤਰ ਆਹੀ ਕਹਿੰਦੇ ਵੀ ਮੈਨੂੰ ਇਨਸਾਫ ਚਾਹੀਦਾ। ਜੇ ਮੇਰੀ ਧੀ ਨੇ ਅੱਡੇ ਨਾਲ ਤਸ਼ੱਦਦ ਨਾਲ ਮਾਰਿਆ ਤੇ ਜ਼ਾਹਰਾ ਮੇਰਾ ਵੀ ਕਲੇਜਾ ਇਸ ਵੇਲੇ ਪਾਟਾ ਦਾ। ਮੈਂ ਉਹਦੇ ਵੀ ਮਾਂ ਦਾ ਕਲੇਜਾ ਪਾਟੇ ਉਸ ਰਾਈ, ਉਹ ਵੀ ਉਂਝੀ ਰੋਏ ਜਿਸ ਮੈਂ ਪੂਰੀ ਪਾ ਕੇ ਬੈਠੀ ਦੀ। ਤੇ ਪੁਲਿਸ ਕੀ ਕਹਿੰਦੀ ਹੈ ਕਿ ਕਿਉਂ ਮੁਲਜ਼ਮ ਅਜੇ ਤੱਕ ਗ੍ਰਿਫਤਾਰ ਨਹੀਂ ਹੋਏ, ਨਸ ਗਏ ਨੇ? ਨਸ ਗਏ ਦਿਨ ਇੱਕ ਦਫਾ ਪੁਲਿਸ ਗਈ ਹੈ ਤੇ ਤਾਲੇ ਲੱਗੇ ਦਿਨ, ਬਾਅਦ ਚ ਕੋਈ ਨਹੀਂ। ਕੱਲ ਵੀ ਮੇਰਾ ਪੁੱਤਰ ਭਰਾ ਮੇਰੇ ਦਿਓ ਸਾਰੀ ਦਿਹਾੜੀ ਉੱਥੇ ਰਹੇ ਨੇ। ਹੁਣ ਵੀ ਦੁਪਹਿਰ ਦੇ ਗਏ ਦਿਨ, ਸਵੇਰ ਪਹਿਲਾਂ ਗਿਆ ਮੇਰਾ ਭਾਈ। ਪੁਲਿਸ ਤੁਹਾਡੀ ਕੋਈ ਗੱਲ ਨਹੀਂ ਸੁਣਦੀ? ਗੱਲ ਸੁਣਦੀ ਪਿਆ। ਹੁਣ ਵੀ ਪਹਿਲਾਂ ਮੇਰਾ ਭਾਈ ਗਿਆ ਤੇ ਨਾਲ ਦਾ ਮਸਾਇਆ ਗਿਆ, ਉਹ ਆ ਗਿਆ 12 ਵਜੇ 11 ਵਜੇ, ਸਵੇਰ 8 ਵਜੇ ਤੋਂ ਪਹਿਲਾਂ ਦੇ ਗਏ। ਤੇ ਹੁਣ ਮੇਰਾ ਪੁੱਤਰ 1 ਵਜੇ ਤੱਕ ਗਿਆ, ਨਾਲ ਮੇਰਾ ਦਿਓਰ ਗਿਆ ਦਾ, ਨਾਲ ਮਸਾਇਆ ਗਿਆ ਦਾ। 1 ਵਜੇ ਤੋਂ ਲੈ ਕੇ ਹਜੇ तक कोई सानू गल नहीं पता लगता। नाज़रीन, आपने ये सारी दास्तान, ये सारी कहानी सुनी कि एक माँ की मासूम बेटी जिसके 2 बच्चे थे, उनको उस शोहर ने, जो इमाम मस्जिद है, जो नमाज पढ़ाता है, जो जुमे के खुतबे देता है, उस शख्स ने अपने घर वालों के साथ मिलकर अपनी जवान साला बीवी को जो है वो मौत के घाट उतार दिया। अब इन वालिदैन की, जिसका बाप सर पर नहीं है, ये बेवा खातून है और इसकी बेटी को बेदर्दी से कत्ल किया। अब पुलिस इनके साथ किसी किस्म का कोई तावन नहीं कर रही। अब मुलजमान अपने घरों को ताले लगाकर फरार हो चुके हैं और पुलिस अब इनका मुकदमा दर्ज करने के लिए भी इनको जलीलो ख्वार कर रही है। इनका सिर्फ इतना सा मुतालबा है कि हमें सिर्फ इंसाफ चाहिए और मेरी बेटी के जो कातिल हैं उनको फौरी गिरफ्तार किया जाए। अब देखना यह है कि पुलिस कब इन कातिलों को गिरफ्तार करती है और जब इनको तफ्तीश की जाएगी इन मुलजमान की, तो वो क्या एतराफ़ जुर्म करते कि उन्होंने इस मासूम बच्ची को क्यों कत्ल किया था। अगली वीडियो में अनम के भाई का मौक़िफ़ आपके सामने रखते हैं कि जब इनको इतला दी गई और फिर उसके बाद पुलिस इनके साथ जो रवैया पुलिस का है वो कैसा है, क्यों पुलिस मुलजमान को गिरफ्तार नहीं कर रही। तो अगली वीडियो में इनके भाई के साथ भी मुलाकात करवाते हैं। तब तक के लिए अल्लाह।